बिस्मिल्लाहिर्रहमानिर्रहीम। अस्सलाम वालेकुम नाज़रीन, तमाम दोस्त अहबाब को एक नई वीडियो के साथ खुशामदीद। दोस्तों, आज की ये वीडियो भैंसों के कारोबार के हवाले से बहुत मुफीद, अहम और नायाब होने वाली है। हमारे साथ मौजूद हैं बशीर साहब, माशाल्लाह 6 साल तजर्बा रखते हैं और बुजुर्ग शख्सियत हैं। अभी आप इनके जानवर देख लें, इनके फार्म का ओवरऑल व्यू देख लें। आज इनसे मालूम किया जाएगा अगर कोई बंदा ये कारोबार शुरू करना चाहता है तो वह कितने जानवरों से शुरू कर सकता है, इस कारोबार में क्या नफ़ा क्या नुकसान है, क्या मुश्किलात मसाइल हैं, जानवरों की बीमारियों के हवाले से पूछा जाएगा। इसके अलावा इस कारोबार के हवाले से मुकम्मल मालूमात को इस इंटरव्यू में अहाता किया जाएगा। तो आपसे सिर्फ यही गुजारिश है कि वीडियो को मुकम्मल लाजमी देखें, लाइक करें, शेयर करें, कमेंट करें। तो दोस्तों, इनके जानवर, इनका फार्म और इनका शेड मैं आपको इंटरव्यू के दौरान ही दिखाता हूं ताकि आपका वक्त ज़ाया ना हो। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम सलाम। अंकल जी की हाल है? खैर, शुक्र है अल्लाह करने वाली। की ना है अंकल जी ਤੁਹਾਡਾ? बशीर खान। ते सर किन्ने जानवर ने ਤੁਹਾਡੇ ਕੋਲ? जानवर तो सारे निक्के मोटे 20-25 जानवर ने। बंदा पिया झूठ मारे, किहड़ी लोड़ झूठ मारने। ठीक है। ते किन्नी साल तो तुसी यह काम करदे हो पे? सानू मेरा 5-6 साल हो गए इस काम करदे। माशाल्लाह। ते इस तो पहले कोई और काम करदे हो? पहला वाही करदे। ठीक है। अच्छा अंकल जी, तुसी जेड़ी मज तू काम शुरू कीता ही ओ मज दसियो अपनी। ए मज खलोती है, मैं कोल खलोता हां। ठीक है, थोड़ा दा मुंह भी दसियो। ठीक है। अच्छा, ते किन्ने साल पहले तुसी ਲਈ ਸੀ? ਇਹ ਹਾਂ ਲੈਂਦੀ ਸੀ ਖਾਂਗੜੀ ਤੇ ਅਸੀਂ ਉਹਦੇ 10 ਕਿਲੋ ਦੁੱਧ ਉਸ ਵੇਲੇ 10 ਕਿਲੋ ਉਸ ਵੇਲੇ ਦਿੰਦੀ ਰਹੀ ਤੇ ਅਸਾਂ ਉਹਦਾ ਨੂੰ ਜੱਫਾ ਮਾਰਿਆ, ਹੁਣ ਦੰਦ ਵੀ ਇਹਦੇ ਮੂੰਹ ਚ ਨਿਕਲ ਗਏ ਨੇ ਤੇ 10-11 ਸੂਏ ਸਾਡੇ ਕੋਲ ਸੋ ਗਈ। 2-3 ਮੱਝਾਂ ਸਾਡੇ ਕੋਲ ਵੀ ਚੰਗੀਆਂ ਹਨ, ਉਹ ਲਿਆ ਜਾ ਲਾ ਕੇ ਨਾ ਉਹ ਵੇਚੜੀਆਂ ਤੇ ਇਹ ਹਾਨੀ ਵੇਚੀ ਕੋਈ ਵੀ। ਇਹਦਾ ਸਾਨੂੰ 1.5 ਲੱਖ ਰੁਪਇਆ ਐਤਕੀ ਵੀ ਲੱਭਦਾ ਸੀ ਤਾਂ ਹਾਂ ਨਹੀਂ ਦੇਣੀ। ਤੇ ਹੁਣ ਵੀ ਸੂਣ ਦੇ ਕਾਬਲ ਹੈ ਕਿ ਹੁਣ ਨਹੀਂ ਸੁਣਦੀ? ਨਹੀਂ ਸੂਣਾ, ਇਹ ਮਿਲਦੀ ਹੈ ਜੀ ਮਾਸ਼ਾਅੱਲਾ। ਤੇ ਤੁਸੀਂ ਇਹ ਮੱਝ ਤੋਂ ਅੱਗੇ ਆਪਣੇ ਮਾਲ 'ਚ ਇਜ਼ਾਫਾ ਕੀਤਾ ਹੈ? ਜਾਇਜ਼ ਮੱਝ ਤੋਂ ਜ਼ਿਆਦਾ। ਅੱਛਾ, ਤੁਸੀਂ ਇੱਕ ਹੋਰ ਗੱਲ ਦੱਸਣ ਲੱਗੇ ਹੋ ਕਿ ਮੱਝਾਂ ਦੇ ਨਾਲ ਸੰਡੇ ਦੇ ਹਵਾਲੇ ਨਾਲ ਜਿਹੜੀਆਂ ਮੱਝਾਂ ਵਿੱਚ ਸੰਡਾ ਨਹੀਂ ਨਾ, ਉਹ ਮੱਝਾਂ ਵੀ ਕਸਾਈਆਂ ਦੀਆਂ, ਯਾਨੀ ਸੂਣ ਦੇ ਕਾਬਲ ਘੱਟ ਹੀ ਬਣਦੀਆਂ। ਘੱਟ ਬਣਦੀਆਂ। ਮੱਝਾਂ ਵਿੱਚ ਸੰਡਾ ਜਿਹੜਾ ਜ਼ਰੂਰ ਹੋਣਾ ਚਾਹੀਦਾ। ਕੁਛ ਲੋਕ ਮੱਝਾਂ ਦੇ ਬੋਲੇ ਵਿਆਹ ਹੋਏ ਨੇ, ਪਤਾ ਨਹੀਂ ਲੱਗਦਾ ਕੋਈ ਵੀ, ਤੇ ਬੰਦੇ ਵੀ ਉਹੋ ਜਿਹੇ ਹੀ ਨੇ, ਉਹਨਾਂ ਨੂੰ ਕਿਸੇ ਨੂੰ ਪਤਾ ਲੱਗਦਾ, ਕਿਸੇ ਨੂੰ ਨਹੀਂ ਲੱਗਦਾ। ਜਦੋਂ ਮੱਝ ਬੋਲਦੀ ਏ ਉਹ ਪੂਛਲ ਦੇ ਨਾਲ ਤਾਰਾਂ ਲਾਉਂਦੀ ਏ, ਤੇ ਉਹ ਪਤਾ ਲੱਗ ਜਾਂਦਾ ਮਾਲਕ ਨੂੰ, ਦੂਸਰੇ ਬੰਦੇ ਨੂੰ ਨਹੀਂ ਪਤਾ ਲੱਗ ਜਾਂਦਾ। ਤੇ ਕਈ ਜਿਹੜੀਆਂ ਨੇ ਨਾ ਉਹ ਬੋਲਾ ਵੈਲ ਹੁੰਦਾ, ਨਾ ਵੜਿੰਗਦੀਆਂ ਨਾ ਲੈਣੀ ਦੇਣੀ। ਤੇ ਮੇਰਾ ਮਤਲਬ ਜਿਹੜੀਆਂ ਮੱਝਾਂ ਨਾ ਸਾਡੀਆਂ ਇਹ ਮੱਝਾਂ ਡਿੰਗ ਕੇ ਬਣਦੀਆਂ ਨੇ, ਤੇ ਜਿਹੜੀਆਂ ਬੂਰੇ ਵਾਲੀਆਂ ਸਾਹੀਵਾਲ ਦੀਆਂ ਮੱਝਾਂ ਨੇ ਨਾ ਇਹ ਡਿੰਗਦੀਆਂ ਡੁੰਗਦੀਆਂ ਕੋਈ ਨਹੀਂ, ਕੋਈ ਸਾਜੋ ਨਾਦਰ ਮਾਈ ਡਿੰਗਦੀ ਨਹੀਂ, ਤੇ ਬੋਲੇ ਵੈਲ ਨੇ ਸਾਡੀਆਂ ਨੇ। जी ठीक हो गया। अच्छा, अपने 5-6 साल ਦੇ ਤਜਰਬੇ ਦੀ ਬੁਨਿਆਦ ਤੇ ਦੱਸੋ ਕਿ ਤੁਹਾਡੇ ਕੰਮ ਵਿੱਚ ਫਾਇਦਾ ਹੈ ਕਿ ਨੁਕਸਾਨ ਹੈ? ਨਹੀਂ, ਇਹ ਤੇ ਮੱਝਾਂ 'ਚ ਫਾਇਦਾ ਹੈ, ਨੁਕਸਾਨ ਕੋਈ ਨਹੀਂ। ਠੀਕ ਹੈ। ਅਗਰ ਕੋਈ ਬੰਦਾ ਜਾਨਵਰਾਂ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ, ਉਹ ਮੱਝਾਂ ਰੱਖੇ, ਗਾਵਾਂ ਰੱਖੇ ਜਾਂ ਕਿ ਬੱਚੇ ਪਾਲੇ, ਤੁਸੀਂ ਕਿਹੜੇ ਕੰਮ ਨੂੰ ਤਰਜੀਹ ਦੇਵੋਗੇ? ਇਹ ਜਿਹਨੇ ਬੰਦੇ ਗਾਈਆਂ ਰੱਖਣੀਆਂ ਨਾ, ਉਹ ਨਿਰੀਆਂ ਗਾਈਆਂ ਰੱਖੇ ਤੇ ਗਾਈਆਂ 'ਚ ਫਾਇਦਾ, ਉਹਨਾਂ ਦੀ ਜਾਈਆਂ ਜਾਈਆਂ 'ਚ ਫਾਇਦਾ, ਤੇ ਮੱਝਾਂ ਜਿਹੜੀਆਂ ਨਾ ਉਹਨਾਂ ਦੀ ਦੁੱਧ 'ਚ ਫਾਇਦਾ। ਠੀਕ ਹੈ। ਗੱਲ ਜਿਹਦੀ ਸਾਫ਼ ਕਰਨੀ ਤੇ ਬੱਚੇ ਜਿਹੜੇ ਤੇ ਦੇਣੇ ਨੇ ਲੋਕਾਂ ਨੇ, ਇਹ ਮੇਰਾ ਮਤਲਬ ਹੈ ਬਈ ਸਾਲ ਪੂਰਾ ਟਹਿਲ ਕਰਨੀ ਹੈ, ਤੇ ਉਹ ਕਿਸੇ ਨੇ ਮੇਰਾ ਮਤਲਬ 2-4 ਜ਼ਿਆਦਾ ਰੱਖੇ ਤੇ ਫਿਰ ਕੋਈ ਬਚ ਜਾਂਦਾ, ਜੇ ਥੋੜੇ ਰੱਖੇ ਤੇ ਘਾਟਾ ਪੈ ਜਾਂਦਾ ਜੀ। ਅੱਛਾ, ਅਗਰ ਕੋਈ ਬੰਦਾ ਮੱਝਾਂ ਖਰੀਦਣਾ ਚਾਹੁੰਦਾ ਹੈ, ਹਾਂਜੀ, ਸਜਰੀ ਮੱਝ ਖਰੀਦੇ ਜਾਂ ਕਿ ਸੂਣ ਵਾਲੀ ਖਰੀਦੇ ਜਾਂ ਕਿ ਫੰਡਰ ਖਰੀਦ ਕੇ ਉਹਨੂੰ ਸੂਣ ਦੇ ਕਾਬਲ ਬਣਾਏ? ਜਿਹੜਾ ਬੰਦਾ ਦੁੱਧ ਦਾ ਕਾਰੋਬਾਰ ਕਰਨ ਵਾਲਾ ਨਾ, ਉਹਨੇ ਤੇ ਲੈਣੀ ਸਜਰੀ ਮੱਝ, ਉਹਨੇ ਖਾਂਗੜ ਨਹੀਂ ਲੈਣੀ ਜੀ। ਉਹ ਜਿਸ ਬੰਦੇ ਖਾਂਗੜ ਮੱਝ ਲੈਣੀ, ਉਹਨੂੰ ਤਿਆਰ ਕਰਨਾ, ਉਸ ਬੰਦੇ ਨੂੰ ਬਹੁਤਾ ਫਾਇਦਾ। ਸਹੀ ਹੋ ਗਿਆ। ਠੀਕ ਹੈ। ਕੁਛ ਲੋਕ ਕਟੀਆਂ ਲੈ ਕੇ ਪਾਲਦੇ ਨੇ, ਉਹ ਵੀ ਬਿਹਤਰ ਹੈ ਕਿ ਉਹ ਜਿਹੜੇ ਕੱਟੀਆਂ ਲੈ ਕੇ ਪਾਲਦੇ ਨੇ ਨਾ, ਉਹ 3 ਸਾਲ ਵੀ ਲੱਗ ਜਾਂਦੇ ਨੇ, 4 ਸਾਲ ਵੀ ਲੱਗ ਜਾਂਦੇ ਨੇ। ਉਹ ਖੂਹ ਦੀ ਮਿੱਟੀ ਖੂਹ ਹੀ ਲੱਗਦੀ ਹੈ ਪਹੁੰਚੋਂ। ਗੱਲ ਜਿਹਦੀ ਖਰੀ ਕਰਨੀ, ਇਹਦੇ 'ਚ ਕੋਲਾ ਛੱਪਾ ਨਹੀਂ ਕੋਈ ਜੀ। ਮੇਰਾ ਮਤਲਬ ਕੋਈ ਮੱਝ ਜਾਂਦਾ, ਕੋਈ ਵੱਜਦਾ, ਤੇ ਮੇਰਾ ਮਤਲਬ ਜਿਹੜਾ ਹੁਣ ਮੱਝਾਂ ਲੈਣਾ ਪਿਆ, ਉਹਦੇ ਵਿੱਚ ਤੈਨੂੰ ਸ਼ਾਮ ਨੂੰ ਕੋਈ ਲੱਭਣਾ ਹੀ ਘਾਟਾ, ਤੇ ਉਹਦੇ 'ਚ ਕੋਈ ਨਹੀਂ, ਤੁਹਾਡਾ ਨਫਾ ਹੀ ਉਹਦੇ 'ਚ। ਜੀ ਮਾਸ਼ਾਅੱਲਾ। ਅੰਕਲ ਜੀ, ਇਹ ਦੱਸਿਓ ਕਿ ਤੁਹਾਡੇ ਕਾਰੋਬਾਰ 'ਚ ਕਿਹੜੇ ਕਿਹੜੇ ਮਸਾਇਲ ਨੇ? ਮਸਾਲੇ ਇਹ ਵੀ ਮੇਰਾ ਮਤਲਬ ਇਹ ਵੀ ਡੰਗਰ ਬਿਮਾਰ ਹੋ ਜਾਂਦੇ ਨੇ, ਇਹਨਾਂ ਨੂੰ ਮੇਰਾ ਮਤਲਬ ਲੂਣ ਮਿਰਚ ਵਜਾ, ਮੇਰਾ ਮਤਲਬ ਗੰਢੇ ਥੋਮ ਕੁੱਟ ਕੇ ਉਹਨਾਂ ਨੂੰ ਦੇਣਾ, ਤੇ ਮੇਰਾ ਮਤਲਬ ਉਹਨਾਂ ਦੀ ਦੇਖਭਾਲ ਜਿਹੜੀ ਉਹ ਕਰਨੀ ਹੈ, ਤੇ ਉਹ ਬੜਾ ਕੋਈ ਨਾ ਕਰਨਾ ਪੈਂਦਾ ਮੇਰਾ ਮਤਲਬ ਇਹ। ਤੇ ਇਸ ਵਾਸਤੇ ਵੀ ਡੰਗਰ ਜਦੋਂ ਰੱਖੀਏ ਉਹਦੇ ਫਿਰ ਪੂਰਾ ਧਿਆਨ ਰੱਖਣਾ ਪੈਂਦਾ। ਇਹ ਕਿਸੇ ਨੂੰ ਪਤਾ ਹੁੰਦਾ ਕੋਈ ਡੰਗਰ ਪੱਠੇ ਖਾਂਦਾ ਜਾਂ ਨਹੀਂ ਖਾਂਦਾ, ਤੇ ਉਹਦੇ ਵੱਲ ਪੂਰਾ ਧਿਆਨ ਕਰਨਾ ਪੈਂਦਾ, ਉਹਨੂੰ ਲੂਣ ਜਵੈਣ ਮੇਰਾ ਮਤਲਬ ਦੇਣਾ ਪੈਂਦਾ। ਤੇ ਜੇ ਦਈਏ ਕੱਖ ਨਾ ਤਾਂ ਉਹਦੇ 'ਚ ਫਾਇਦਾ ਕੋਈ ਨਹੀਂ, ਡੰਗਰ ਬਹੁਤਾ ਬਿਮਾਰ ਹੋ ਜਾਂਦਾ। अच्छा, अगर एक नवा बंदा काम शुरू करना चाहता है
ਤੁਸੀਂ ਉਹਨੂੰ ਕੀ ਮਸ਼ਵਰਾ ਦੋਗੇ, ਉਹ ਕਿਹੜੀਆਂ ਗੱਲਾਂ ਨੂੰ ਮੱਦੇਨਜ਼ਰ ਰੱਖ ਕੇ ਇਹ ਕੰਮ ਸ਼ੁਰੂ ਕਰ ਸਕਦਾ ਹੈ? ਬੱਦੇ ਦੇ ਇਹ ਵੀ ਮੇਰਾ ਮਤਲਬ ਕੋਈ ਵੀ ਕੋਸ਼ਿਸ਼ ਨਾ ਆਈਏ, ਉਂਝ ਆਖੇ ਵੀ ਬੰਦਾ ਮੇਰਾ ਮਤਲਬ ਮੈਂ ਘੜੀ 'ਚ ਅਮੀਰ ਹੋਇਆ, ਉਹ ਕੋਈ ਵੀ ਨਹੀਂ ਹੁੰਦਾ। ਕੋਸ਼ਿਸ਼ ਕਰੀਏ ਤਾਂ ਹੀ ਹੁੰਦਾ। ਇਹ ਕਿੰਨੇ ਜਾਨਵਰਾਂ ਤੋਂ ਇਹ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ? ਇਹ ਮੇਰਾ ਮਤਲਬ ਵੀ ਆਪਣੇ ਮੇਰਾ ਮਤਲਬ ਸ਼ਹੀਦ ਦੀ ਗੱਲ ਹੈ। ਕਿਸੇ ਕੋਲ 2 ਮੱਝਾਂ ਦੀ, ਕਿਸੇ ਕੋਲ 3 ਮੱਝਾਂ ਦੀ। ਅੱਜ ਭੈੜੇ ਤੇ ਭੈੜੀ ਮੱਝ ਲੈਣੀ ਜੇ 2-2.5 ਲੱਖ ਦੀ, ਤੇ ਮੱਝ ਘੱਟ ਲੱਭਦੀ ਨਹੀਂ। ਜਿਹੜੀਆਂ ਹੋਈਆਂ ਮੱਝਾਂ ਨੇ ਉਹ 2 ਲੱਖ ਦੀ, ਨਹੀਂ ਤੇ 3 ਲੱਖ ਦੀ, 4 ਲੱਖ ਦੀ ਮੱਝ ਲੱਭਦੀ। ਇਹ ਸਭ ਤੋਂ ਅੱਛੀ ਨਸਲ ਦੀ ਮੱਝ ਕਿਹੜੀ ਹੈ? ਅੱਛੀ ਨਸਲ ਤੇ ਉਹ ਮੇਰਾ ਮਤਲਬ ਉਹਦੇ ਚੀਚਾ ਵਤਨ ਲਿਆਂਦੇ ਨੇ। ਅਸੀਂ ਤੇ ਬੱਚੇ ਉਹਨੂੰ ਪਸੰਦ ਨਹੀਂ ਕਰਦੇ ਕੋਈ ਵੀ। ਅਸੀਂ ਤੇ ਜਿਹੜੀਆਂ ਦੇਸੀ ਮੱਝਾਂ ਰੱਖੀਆਂ ਨੇ, ਘਰ ਦੀਆਂ ਰੱਖੀਆਂ ਨੇ, ਸਾਨੂੰ ਤੇ ਇਹਨਾਂ 'ਚ ਫਾਇਦਾ। ਅੱਛਾ, ਤੁਹਾਡੇ ਕੋਲ ਸਿਆਲਕੋਟ ਦੀ ਨਸਲ ਦੀਆਂ ਨੇ ਜੀ। ਇਹਨਾਂ 'ਚ ਕਿਸ ਤਰ੍ਹਾਂ ਤੁਹਾਨੂੰ ਫਾਇਦਾ ਹੈ? ਇਸ ਤਰ੍ਹਾਂ ਫਾਇਦਾ ਹੈ, ਬਸ ਸਾਲ ਵਿੱਚ ਸੂ ਪੈਣਾ, ਮਹੀਨਾ 2 ਛੱਡਣਾ, ਉਹਨਾਂ ਸੂ ਪੈਣਾ। ਸਾਡੀਆਂ ਜਿੰਨੀਆਂ ਮੱਝਾਂ ਨਾ ਆਪਣੀ ਮਰਜ਼ੀ ਨਾਲ 10 ਦਿਨ ਛੱਡੀਏ, 15 ਦਿਨ ਛੱਡੀਏ, ਸਾਡੀਆਂ ਮੱਝਾਂ ਸੂ ਪੈਣਾ। ਸਿਆਲਕੋਟ ਦੇ ਕੁਝ ਲੋਕ ਦੂਸਰੇ ਇਲਾਕਿਆਂ 'ਚੋਂ ਮੱਝਾਂ ਲੈ ਕੇ ਆਉਂਦੇ ਨੇ, ਚੀਚਾ ਵਤਨੀ ਹੋ ਗਈ, ਨੀਲੀ ਜਾਂ ਆਰਫ ਵਾਲੇ ਦੀ ਮੱਝਾਂ ਨੂੰ ਤਰਜੀਹ ਦਿੰਦੇ ਨੇ। ਜੀ। ਤੁਹਾਡੇ ਖਿਆਲ ਨਾਲ ਉਹਨਾਂ ਦੀ ਇਹ ਜਿਹੜੀ ਪ੍ਰੈਫਰ ਕਰਦੇ ਨੇ, ਜਾਂ ਬਿਹਤਰ ਹੈ ਕਿ ਸਿਆਲਕੋਟ ਆਪਣੇ ਇਲਾਕੇ 'ਚ ਲੈ ਕੇ ਮੱਝਾਂ ਪਾਲਣ, ਉਹਦੇ 'ਚ ਫਾਇਦਾ ਹੈ? ਜੀ ਹੁਣ ਬਹੁਤੇ ਬੰਦੇ ਉਤਲੋਂ ਲਿਆਉਂਦੇ ਨੇ, ਉਤਲੋਂ ਲਿਆਉਂਦੇ ਦਿੰਦੇ ਨੇ ਪਏ। ਮੇਰਾ ਮਤਲਬ ਉਤਲੋਂ ਬੰਦੇ ਲਿਆਉਂਦੇ ਨੇ, ਇੱਥੇ ਲੋਕ ਲੈਂਦੇ ਨੇ ਪਏ। ਆਉਂਦਿਆਂ ਲੋਕ ਟੀਕੇ ਲਵਾਉਂਦੇ ਨੇ ਪਏ, ਤੇ ਮੇਰਾ ਮਤਲਬ ਮਸਾਲੇ ਮਸੂਲੇ ਦਿੰਦੇ ਨੇ। ਕੋਈ ਬਿਮਾਰ ਹੋ ਜਾਂਦੀ ਨੇ, ਕੋਈ ਠੀਕ ਰਹਿੰਦੀਆਂ। ਅੱਛਾ, ਬਿਮਾਰ ਹੋਣ ਦੀ ਕੀ ਵਜ੍ਹਾ ਹੁੰਦੀ ਹੈ ਜਿਹੜੀਆਂ ਮੱਝਾਂ ਦੂਸਰੇ ਇਲਾਕੇ 'ਚ ਹੁੰਦੀਆਂ ਨੇ? ਉਹ ਪਾਣੀ ਦਾ ਫਰਕ ਹੈ ਨਾ। ਪਾਣੀ ਜਿਹੜਾ ਉਹ ਸਾਡਾ ਜਿਹੜਾ ਹੋਰ ਚੀਜ਼ ਹੈ, ਤੇ ਉਹ ਪਾਣੀ ਹੋਰ ਹੈ। ਪਾਣੀ ਲਾਗ ਹੋ ਜਾਂਦਾ ਡੰਗਰਾਂ ਨੂੰ, ਇਹ ਘਾਟਾ ਵਾਧਾ ਹੋ ਜਾਂਦਾ ਡੰਗਰਾਂ ਨੂੰ। ਅੰਕਲ ਜੀ, ਤੁਸੀਂ ਆਪਣੇ ਜਾਨਵਰਾਂ ਨੂੰ ਰੋਜ਼ਾਨਾ ਕੀ ਖਵਾਉਂਦੇ ਪਿਲਾਉਂਦੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਰੂਟੀਨ ਦੱਸੋ। ਅਸੀਂ ਜੀ ਸਵੇਰੇ ਉਹਨਾਂ ਨੂੰ 8 ਵਜੇ ਖੋਲ੍ਹ ਲੈਣਾ, ਵੇਲੇ ਲੈ ਜਾਣਾ। ਘਾਹ ਚੰਗੇ ਤੇ ਚੰਗੇ ਨੇ, ਜਾ ਕੇ ਉਹਨਾਂ ਨੂੰ ਚਾਰ ਦੇਣਾ। ਪੇਸ਼ੀ ਦੀ ਦਾਨ ਨਾਲ ਅਸਾਂ ਮੱਝਾਂ ਡੇਰੇ ਲੈ ਆਉਣੀਆਂ ਨੇ, ਲਿਆ ਕੇ ਤੇ ਮੇਰਾ ਮਤਲਬ ਅਸਾਂ ਉਹਨਾਂ ਨੂੰ ਨਾ ਪੱਠੇ ਕੁਤਰੇ ਨੇ, ਚਰੀ ਬਾਜਰਾ ਹੈ, ਇਹ ਕੁਤਰ ਕੇ ਤੇ ਖੁੱਡੀਆਂ ਭਰੀਆਂ ਨੇ, ਖਾਂਦੀਆਂ ਨੇ ਪਈਆਂ। ਸ਼ਾਮ ਦੀ ਜਦੋਂ ਦਾਨ ਹੋਣੀ ਹੈ, ਅਸਾਂ ਪਿਛਾਂ ਕਰ ਛੱਡਣੀਆਂ ਨੇ। ਵੱਡੇ ਉੱਥੇ ਧਾਰਾਂ ਕੱਢਣੀਆਂ ਨੇ, ਉੱਥੇ ਬਾਹਰ ਕੱਢੋ। ਠੀਕ ਹੈ। ਤੇ ਇਸ ਤੋਂ ਇਲਾਵਾ ਕੋਈ ਖਲ ਵੰਡਾ ਵੀ ਇਹਨਾਂ ਨੂੰ ਪਾਉਂਦੇ ਹੋ? ਖਲ ਵੰਡਾ ਵੀ ਪਾਉਂਦੇ ਹਾਂ। ਜਦੋਂ ਮੇਰੀਆਂ ਮੱਝਾਂ ਮਿਲਦੀਆਂ ਨੇ ਭਾੜੇ ਵਾਲੀਆਂ ਨੇ, ਉਹਨਾਂ ਨੂੰ ਭਾੜਾ ਪਾਉਣਾ, ਉਹ ਚੋ ਲੈਣੀ ਤੇ ਪਿਛਾਂ ਕਰ ਛੱਡਣਾ। ਖਲ ਵੰਡਾ ਜਿਹੜੇ ਜਾਨਵਰ ਦੁੱਧ ਦਿੰਦੇ ਨੇ ਉਹਨਾਂ ਨੂੰ ਪਾਉਂਦੇ ਹੋ ਕਿ ਸਾਰੇ ਜਾਨਵਰਾਂ ਨੂੰ ਪਾਉਂਦੇ ਹੋ? ਜਿਹੜੇ ਦੁੱਧ ਦਿੰਦੇ ਨੇ ਉਹਨਾਂ। ਇੱਕ ਜਾਨਵਰ ਨੂੰ ਰੋਜ਼ਾਨਾ ਦਾ ਕਿੰਨਾ ਕੁ ਖਲ ਵੰਡਾ ਪਾਉਂਦੇ ਹੋ? ਉਹ ਕੋਈ ਮੇਰਾ ਮਤਲਬ 2 ਕਿਲੋ ਪਾਉਂਦਾ, ਕੋਈ 3 ਕਿਲੋ ਪਾਉਂਦਾ। ਇੰਨਾ ਹੀ ਸਾਡੇ ਇੰਨੇ ਹੀ ਪਾਉਂਦੇ ਨੇ, ਬਹੁਤਾ ਕੋਈ ਨਹੀਂ। ਸਾਡੇ ਗੁੱਜਰ ਲੋਕ ਪਾਉਂਦੇ ਨੇ 5-5 4-4 ਕਿਲੋ। ਸਾਡੇ 1 ਕਿਲੋ 2 ਪਾਉਂਦੇ ਨੇ। ਮੱਝਾਂ ਰਾਜੀ ਕੇ ਆਉਂਦੀਆਂ ਨੇ ਬਾਹਰੋਂ, ਤੇ ਘਾਹ ਵਿੱਚ ਦੁੱਧ ਹੁੰਦਾ। ਉਂਝ ਪੱਠਿਆਂ 'ਚ ਦੁੱਧ, ਛੋਟੇ ਬਾਜਰੇ 'ਚ ਕੋਈ ਨਹੀਂ ਦੁੱਧ, ਤੇ ਦੁੱਧ ਦੇ ਘਾਹ ਵਿੱਚ। ਜਿਹੜੀ ਮੱਝ ਮੇਰਾ ਮਤਲਬ ਬਜਵਾਸ ਹੁੰਦੇ ਨੇ ਮਾਲ ਲੈ ਕੇ ਲੋਕ, ਉਹ ਆਉਂਦੇ ਨੇ ਸਾਡੇ ਕਿਲੋ ਇੱਥੇ ਅੱਗ ਪੈਣੀ 5 ਕਿਲੋ ਕਰਦੀ। ਮਾਸ਼ਾਅੱਲਾ। ਇਹਦਾ ਮਤਲਬ ਹੈ ਕਿ ਜਿਹੜੇ ਜਾਨਵਰ ਚਰਾਈ ਕਰਦੇ ਨੇ ਉਹ ਦੁੱਧ ਵੀ ਜ਼ਿਆਦਾ ਦਿੰਦੇ ਨੇ। ਹਾਂਜੀ। ਤੇ ਉਧਰੋਂ ਜਿਹੜਾ ਤੁਹਾਡੀ ਚਾਰੇ ਦੀ ਉਹ ਜਿਹੜਾ ਖਰਚਾ ਉਹ ਵੀ ਕੰਮ ਹੋ ਜਾਂਦਾ ਹੈ? ਬਿਲਕੁਲ ਬਿਲਕੁਲ। ਅੱਛਾ, ਇਹ ਅੱਜ ਕੱਲ ਤੇ ਤੁਹਾਨੂੰ ਬਾਹਰ ਚਾਰਨ ਵਾਸਤੇ ਖੇਤ ਵਗੈਰਾ ਮਿਲ ਜਾਂਦੇ ਨੇ। ਜੀ ਜੀ। ਜਦੋਂ ਖੇਤ ਬਾਹਰ ਦਸਤਿਆਬ ਨਹੀਂ ਹੁੰਦੇ, ਫਿਰ ਤੁਸੀਂ ਜਾਨਵਰਾਂ ਨੂੰ ਕੀ ਰੂਟੀਨ ਰੱਖਦੇ ਹੋ ਉਹਨਾਂ ਦੀ? ਫਿਰ ਅਸੀਂ ਉਹਨਾਂ ਨੂੰ ਕੰਮ ਕਰਨੇ ਵਿੱਚ ਸਟਾਲਾ ਆਮ ਭੀਜਿਆ ਹੁੰਦਾ, ਤੇ ਮੇਰਾ ਮਤਲਬ ਅਸੀਂ ਉਹਨਾਂ ਨੂੰ 2-2 ਪੰਡਾਂ 3-3 ਪੰਡਾਂ ਭੋਣ, 10-10 12-12 ਗਣੀਆਂ ਸਟਾਲਾ ਬਣਨਾ, ਲੱਦੇ ਉਹ ਵੱਢ ਕੇ ਕੁਤਰਨਾ ਔਰ ਲਾ ਕੇ ਤੇ ਪਾ ਛੱਡਣਾ। ਤੇ ਜੋ ਧਾਰਾਂ ਕਣੀਆਂ ਨੂੰ ਮੁੱਠੋਂ ਵੰਡਾ ਪਾਣਾ ਤੇ ਚੋ ਲੈਣੀ ਤੇ ਬਸ ਬਣ ਛਣੀਆਂ ਪਿਛਾਂ। ਅੱਛਾ, ਇਹ ਦੱਸਿਓ ਕਿ ਗਰਮੀ ਵਿੱਚ ਇੱਕ ਜਾਨਵਰ ਤੇ ਕਿੰਨਾ ਖਰਚਾ ਆ ਜਾਂਦਾ ਚਾਰੇ ਦਾ, ਖਲ ਵੰਡੇ ਦਾ? ਇਹ ਇੱਕ ਡੰਗਰ ਤੇ ਮੇਰਾ ਮਤਲਬ ਇਹ ਜਿਹੜੀ ਨਾ, ਅਸੀਂ ਸਾਡੇ ਕੋਲ 8-10 ਮੱਝਾਂ ਨੇ ਮੇਰੇ ਜਿਹੜੀਆਂ ਨੇ ਸੂਈਆਂ, ਇਹਨਾਂ ਤੇ ਅਸੀਂ ਮੇਰਾ ਮਤਲਬ ਦੂਜੇ ਦਿਨ ਬੋਰੀ ਜਿਹੜੀ ਸਾਡੀਆਂ 2 ਬੋਰੀਆਂ ਮੁੱਕ ਜਾਂਦੀਆਂ ਨੇ, ਚੋਖਰ ਤੇ ਖਾਲ, ਇਹ ਮੁੱਕ ਜਾਂਦੀਆਂ। ਅੱਛਾ। ਇੱਕ ਡਾਕਟਰੀ ਵੰਡਾ, ਇਹ 3 ਬੋਰੀਆਂ ਦੂਜੇ ਦਿਨ ਸਾਡੀਆਂ, ਤੀਜੇ ਦਿਨ ਮੁੱਕ ਜਾਂਦੀਆਂ ਨੇ, ਦੂਜੇ ਦਿਨ ਮੁੱਕ ਜਾਂਦੀਆਂ। ਜਾਨਵਰਾਂ ਤੇ ਜ਼ਿਆਦਾ ਖਰਚਾ ਗਰਮੀਆਂ 'ਚ ਹੁੰਦਾ ਜਾਂ ਕਿ ਸਰਦੀਆਂ 'ਚ? ਸਰਦੀਆਂ 'ਚ ਬਹੁਤਾ ਹੁੰਦਾ, ਗਰਮੀ 'ਚ ਘੱਟ ਹੁੰਦਾ। ਹੁਣ ਅੱਜ ਕੱਲ੍ਹ ਇਹਨਾਂ ਗਰਮੀ ਹੈ ਨਾ, ਅੱਜ ਕੱਲ੍ਹ ਸਾਨੂੰ ਮੌਜ ਲੱਗੀ, ਮੇਰਾ ਮਤਲਬ ਸਾਡਾ ਮਾਰ ਜਾਂਦਾ, ਚੁੱਕ ਕੇ ਆਉਂਦਾ ਪਿਆ, ਤੇ ਮੇਰਾ ਮਤਲਬ ਕੋਈ ਲੋੜ ਨਹੀਂ ਸਾਨੂੰ ਏਡੀ ਪੱਠੇ ਨਾ ਵੀ ਪਾਈਏ ਤਾਂ ਵੀ ਕੋਈ ਗੱਲ ਨਹੀਂ। ਅੱਛਾ ਅੰਕਲ ਜੀ, ਮਾਸ਼ਾਅੱਲਾ ਤੁਸੀਂ ਕਾਫੀ ਅੱਛੀਆਂ ਗੱਲਾਂ ਦੱਸਦੇ ਹੋ ਪਏ। ਗਰਮੀਆਂ ਵਿੱਚ ਦੁੱਧ ਦੀ ਪੈਦਾਵਾਰ ਘਟ ਜਾਂਦੀ ਏ। ਦੁੱਧ ਗਰਮੀਆਂ ਵਿੱਚ ਜਿਹੜਾ ਨਾ ਮੇਰਾ ਮਤਲਬ ਚੋਗੇ ਦੀਆਂ ਮੱਝਾਂ ਇਹਨਾਂ ਦਾ ਨਹੀਂ ਘਟਦਾ, ਜਿਹੜੀਆਂ ਕਿੱਲੇ ਦੀਆਂ ਮੱਝਾਂ ਨੇ ਉਹਨਾਂ ਦਾ ਘਟ ਜਾਂਦਾ। ਅੱਛਾ, ਅਗਰ ਗਾਈਆਂ ਨੇ ਮੇਰਾ ਮਤਲਬ ਜਿਹੜੀਆਂ ਕਿੱਲੇ ਤੇ ਬੱਧੀਆਂ ਨੇ ਉਹਨਾਂ ਦਾ ਦੁੱਧ ਘਟੇਦਾ, ਜਿਹੜੀਆਂ ਚੋਗੇ ਵਾਲੀਆਂ ਉਹਨਾਂ ਦਾ ਵਧੇਦਾ। ਅੱਛਾ, ਤੁਹਾਡੇ ਕਹਿਣ ਦਾ ਮਕਸਦ ਹੈ ਕਿ ਅਗਰ ਜਾਨਵਰ ਗਰਮੀ 'ਚ ਦੁੱਧ ਘੱਟ ਦਿੰਦੇ ਨੇ ਤੇ ਤੁਸੀਂ ਉਹਨਾਂ ਨੂੰ ਚਾਰੋ, ਉਹਨਾਂ ਦੇ ਦੁੱਧ ਵਿੱਚ ਇਜ਼ਾਫਾ ਹੋਈਏਦਾ। ਜੀ ਜੀ, ਮਾਸ਼ਾਅੱਲਾ। ਅੱਛਾ, ਪਤਾ ਗੱਲ ਕੀ ਹੁੰਦੀ ਹੈ, 2-3 ਵਾਰੀ ਦਰਿਆ ਦੇ ਵਿੱਚ ਉਹਨਾਂ ਨੂੰ ਠੰਡੇ ਪਾਣੀ ਨਵਾਲਣੇ ਆ, ਉਹ ਨਹਾਲਣੇ ਦੇ, ਜੋ ਉੱਥੋਂ ਫਿਰ ਚੋਗਦੀਆਂ ਮੱਝਾਂ ਪਿੱਛਾ ਟੋਰੇ, ਉਹਨਾਂ ਨੂੰ ਗਰਮੀ ਜਿਹੜੀ ਏਡੀ ਮਹਿਸੂਸ ਨਹੀਂ ਹੁੰਦੀ ਜੀ। ਤੇ ਜਿਹੜੀਆਂ ਹੁਣ ਮੇਰਾ ਮਤਲਬ ਇਸ ਤਰ੍ਹਾਂ ਪਾਣੀ ਨਹੀਂ ਕੋਲ, ਉਹਨਾਂ ਨੂੰ ਗਰਮੀ ਲੱਗਦੀ, ਛੱਪੜੀਆਂ ਹੀ ਡਿੱਗਦੀਆਂ ਨੇ, ਉਹ ਦੁੱਧ ਵੀ ਸਾੜ ਜਾਂਦੀਆਂ ਨੇ।
ਅੱਛਾ, ਜਾਨਵਰਾਂ ਨੂੰ ਕਿਹੜੀ ਕਿਹੜੀ ਬਿਮਾਰੀ ਹੁੰਦੀ ਜੇ ਤੇ ਉਹਨਾਂ ਦਾ ਕੀ ਦੇਸੀ ਇਲਾਜ ਕਰਦੇ ਹੋ? ਬਈ ਮੁੱਖਰ ਬਹੁਤਾ ਚੱਲਦਾ ਪਿਆ ਸਾਡੇ ਜੰਗਲ ਕੋਟੂ। ਮੁੱਖਰ ਦਾ ਕੀ ਇਲਾਜ ਹੈ ਤੇ ਗਲਗੋਟੂ ਦਾ ਕੀ ਇਲਾਜ? ਮੁੱਖਰ ਦਾ ਇਹ ਇਲਾਜ ਵੀ ਡਾਕਟਰ ਨੂੰ ਲਿਆਉਂਦੇ ਆ, ਟੀਕੇ ਲਾਉਂਦੇ ਆ ਵੀ, ਤੇ ਮੇਰਾ ਮਤਲਬ ਕੋਈ ਵੱਲ ਹੋ ਜਾਂਦੇ, ਕਈ ਮਰ ਵੀ ਜਾਂਦੇ ਨੇ। ਤੁਸੀਂ ਵੀਡੀਓ ਤੋਂ ਪਹਿਲੇ ਦੱਸਦੇ ਹੋ ਪਏ ਕਿ ਅੱਜ ਕੱਲ ਦੇ ਜਿਹੜੇ ਡਾਕਟਰੀ ਇਲਾਜ ਨੇ ਉਹ ਵੀ ਕੋਈ ਇੰਨੇ ਫਾਇਦਾਮੰਦ ਨਹੀਂ, ਜਾਨਵਰ ਜ਼ਾਇਆ ਹੋ ਜਾਂਦੇ ਨੇ। ਉਹ ਜੀ ਮੈਂ ਹੁਣ ਤੁਹਾਨੂੰ ਦੱਸਣਾ ਗੱਲ ਵੀ ਜਿਹੜੇ ਇਹਨਾਂ ਮੁੰਡੇ ਅੱਜ ਕੱਲ ਦੇ ਇਹ ਡਾਕਟਰ ਨੇ ਬਣੇ, ਉਹਨਾਂ ਨੂੰ ਪਤਾ ਕੋਈ ਨਹੀਂ ਲੱਗਦਾ ਤੇ ਉਹ ਇੰਜ ਕੰਮ ਕਰਦੇ ਨੇ, ਜਾਂਦਿਆਂ ਸਾਰ ਟੀਕੇ ਲਾਏ, ਪੈਸੇ ਲੈ ਬੋਝ ਪਾਏ ਤੇ ਭਾਵੇਂ ਡੰਗਰ ਪਿਛਾਂ ਜਾ ਕੇ ਮਰ ਜੇ। ਉਹਨਾਂ ਨੂੰ ਕੋਈ ਨਹੀਂ ਇਸ ਚੀਜ਼ ਦਾ ਕੋਈ, ਉਹਨਾਂ ਇਹ ਨਹੀਂ ਆਖਣਾ ਮੈਨੂੰ ਇਹ ਨੁਕਰੇ ਜਾਂ ਨਹੀਂ, ਉਹਨਾਂ ਫੌਰੀ ਤੌਰ ਤੇ ਟੀਕੇ ਲਾਣੇ ਨੇ ਬਸ ਜੀ। ਤੇ ਗਲਗੋਟੂ ਦਾ ਕੀ ਇਲਾਜ ਹੈ? ਗਲਗੋਟੀ ਦੇ ਵੀ ਟੀਕੇ ਹੀ ਨਿਕਲੇ ਨੇ, ਉਹ ਹੀ ਲਾਉਂਦੇ ਨੇ, ਫਿਰ ਹੋਰ ਤੇ ਇਲਾਜ ਕੋਈ ਨਹੀਂ ਇਹਦਾ। ਤੇ ਇੱਕ ਬਿਮਾਰੀ ਸਾੜੂ ਵੀ ਏ, ਉਹਦਾ ਕੋਈ ਦੇਸੀ ਇਲਾਜ ਹੈ? ਉਹਦਾ ਦੇਸੀ ਇਲਾਜ ਇਹ ਹੀ ਹੈ, ਮੈਂ ਕਾਲੀਆਂ ਮਿਰਚਾਂ ਲਓ, ਦੇਸੀ ਘਿਓ ਹੋਵੇ ਤੇ ਮੇਰਾ ਮਤਲਬ ਇਹ ਬਈ ਉਹ ਮਾਈ ਨੂੰ ਦਿਓ, 2-3 ਦਿਨ ਮਾਈ ਦਾ ਸਾੜੂ ਜਿਹੜਾ ਜਾਂਦਾ ਰਹਿੰਦਾ। ਕਾਲੀਆਂ ਮਿਰਚਾਂ ਕਿੰਨੀਆਂ ਲੈਣੀਆਂ ਨੇ ਤੇ ਦੇਸੀ ਘਿਓ ਕਿੰਨਾ ਲੈਣਾ ਹੈ? ਦੇਸੀ ਘੱਟ ਤੋਂ ਘੱਟ ਵੀ ਕਿਲੋ ਘਿਓ ਹੋਵੇ, ਕਾਲੀਆਂ ਮਿਰਚਾਂ ਹੋਣ, ਕਾਲੀ ਜੀਰੀ ਹੋਵੇ, ਠੀਕ ਹੈ, ਉਹ ਅੱਧਾ ਕਿਲੋ ਲੈ ਲਓ। ਉਹ ਮੇਰਾ ਮਤਲਬ 3-4 ਦਿਨ ਕਰ ਲਓ। ਕਾਲੀਆਂ ਮਿਰਚਾਂ ਕਿੰਨੀਆਂ, ਅੱਧਾ ਕਿਲੋ ਲੈਣੀਆਂ ਨੇ? ਨਹੀਂ, ਉਹ ਪਾਕ ਬੜੀਆਂ ਨੇ। ਤੇ ਉਹ ਜਿਹੜੇ ਦੂਸਰੀ ਚੀਜ਼ ਦਸੀ ਹੈ, ਜੀਰੀ ਦਸੀ ਹੈ, ਉਹ ਜ਼ੀਰੋ। ਤੇ ਇਹਨਾਂ ਨੂੰ ਤਿੰਨਾਂ ਨੂੰ ਆਪਸ ਚ ਕਿੰਜ ਮਿਲਾਣਾ ਹੈ, ਥੋੜਾ ਵੀ ਦੱਸ ਦਿਓ। ਇਹ ਜਦੋਂ ਮੇਰਾ ਮਤਲਬ ਡੰਗਰ ਨੂੰ ਦੇਣਾ ਨਾ, ਉਹ ਦੁੱਧ ਵਿੱਚ ਪਾਣਾ ਤੇ ਉਹ ਦੇਸ਼ਣ ਤੇ ਤਿੰਨਾਂ ਚੀਜ਼ਾਂ ਨੂੰ ਪਾਕ ਹੋ ਜੇ ਤੇ ਬੇਭਾ ਹੈ। ਠੀਕ ਹੈ, 3 ਕੁ ਦਿਨ ਦਈਏ ਤੇ ਬਿਹਤਰ ਹੋਈਏ ਦਾ। ਬਿਹਤਰ ਹੋ ਜਾਂਦਾ। ਅੱਛਾ, ਜਦੋਂ ਇੱਕ ਮੱਝ ਸੂਣ ਵਾਲੀ ਹੁੰਦੀ ਏ ਤੇ ਸੂਣ ਤੋਂ ਮਹੀਨਾ ਕੁ ਪਹਿਲੇ ਕੋਈ ਉਹਦੀ ਸੇਵਾ ਵੀ ਕਰਨੀ ਪੈਂਦੀ ਏ। ਹਾਂਜੀ। ਤੁਸੀਂ ਕੋਈ ਦੇਸੀ ਘਿਓ ਜਾਂ ਤੇਲ ਵਗੈਰਾ ਵੀ ਦਿੰਦੇ ਹੋ? ਤੇਲ ਦੇਈਦਾ 4-4 5-5 ਕਿਲੋ ਮੱਝਾਂ ਨੂੰ ਤੇਲ ਵੀ ਦਿੰਦੇ ਆ। ਹੋਰ ਘਿਓ ਤਾਂ ਹੁਣ ਦੇਣੀ ਨਹੀਂ ਹੁੰਦਾ, ਹੁਣ ਤੇ ਦੁੱਧੀਆਂ ਦਾ, ਹੁਣ ਤੇ ਦੁੱਧ ਟਿਕਦਾ ਹੀ ਕੋਈ ਨਹੀਂ। ਇਹ ਗਰਮੀ ਵਿੱਚ ਤੇਲ ਦਿੰਦੇ ਹੋ ਜਾਂ ਕਿ ਸਰਦੀ ਵਿੱਚ ਦਿੰਦੇ ਹੋ? ਗਰਮੀਆਂ 'ਚ, ਸਰਦੀ 'ਚ ਨਹੀਂ। ਸਰਦੀ ਵਿੱਚ ਕੀ ਦਿੰਦੇ ਹੋ? ਸਰਦੀ 'ਚ ਕੋਈ ਸ਼ੈ ਨਹੀਂ ਦਿੰਦਾ, ਸਿਰਫ ਵੰਡਾ ਤੇ ਪੱਠੇ ਪਾਉਣੇ ਨੇ ਬਸ, ਸਰਦੀ 'ਚ ਕੋਈ। ਤੇ ਜਦੋਂ ਇੱਕ ਮੱਝ ਸੁੰਦੀ ਏ ਉਹ ਅੱਟਾ ਵਗੈਰਾ ਨਹੀਂ ਸੁੱਟਦੀ, ਉਹਦਾ ਵੀ ਕੋਈ ਦੇਸੀ ਇਲਾਜ ਹੈ ਵੇ? ਉਹਦੇ ਵੀ ਇਲਾਜ ਹੈ ਨੇ। ਉਹ ਇਲਾਜ ਇਹਦਾ ਇਹ ਵੇ, ਮੇਰਾ ਮਤਲਬ ਵੀ ਘੂਣੀਆਂ ਰਿੰਨ ਲਓ, ਘੂਣੀਆਂ ਰਿੰਨ ਕੇ ਨਾ ਤੇ ਉਹ ਜੋ ਚੰਗੀ ਤਰ੍ਹਾਂ ਫੁੱਟ ਜਾਣ। ਅੱਛਾ, ਠੀਕ ਹੈ। ਤੇ ਉਹ ਉਹਨਾਂ ਠੰਡੀਆਂ ਕਰਕੇ ਨਾ ਉਹ ਮੱਝਾਂ ਨੂੰ ਦੁੱਧ ਚੋ ਕੇ ਤੇ ਪਾਓ ਤੇ ਆਟੀ ਜਿਹੜੀ ਛੱਡ ਛੱਡ। ਅੱਛਾ, ਬਾਜ਼ ਮੱਝਾਂ ਹੁੰਦੀਆਂ ਨੇ ਕਿ ਉਹ ਜਦੋਂ ਸੂਈਆਂ ਹੁੰਦੀਆਂ ਨੇ ਸ਼ੁਰੂ ਵਿੱਚ ਦੁੱਧ ਘੱਟ ਦਿੰਦੀਆਂ ਨੇ, ਉਹਦਾ ਵੀ ਕੋਈ ਹੱਲ ਹੈ ਵੇ? ਉਹਦਾ ਵੀ ਹੱਲ ਹੈ। ਉਹਦਾ ਸਰ ਦੱਸ ਦਿਓ ਹੱਲ। ਇਹ ਹੱਲ ਇਹ ਵੇ, ਦਹੀਂ ਕਿਲੋ ਗੁੜ ਹੋਵੇ ਜੀ, ਉਹਦੀ ਪੱਤ ਕਾੜ ਲਓ। ਠੀਕ ਹੈ। ਕਿਲੋ ਭੈਣੀ ਅਲਸੀ ਹੋਵੇ ਜੀ, ਅਲਸੀ, ਉਹਨੂੰ ਭੁੰਨ ਲਓ, ਉਹਦੇ 4 ਹਿੱਸੇ ਕਰ ਲਓ। ਅੱਧਾ ਕਿਲੋ ਗੁੜ ਲੈਣਾ। ਠੀਕ ਹੈ। ਗੁੜ ਲੈ ਕੇ ਉਹਦੀ ਪੱਤ ਕਾੜ ਲੈਣੀ ਜੀ। ਉਹ 4 ਹਿੱਸੇ ਕਰ ਲੈਣੇ ਨੇ ਅਲਸੀ ਦੇ ਕਿਲੋ ਦੇ। ਉਹ ਇਹ ਕੰਮ ਕਰਨਾ, ਉਹਦੇ ਵਿੱਚ ਮੱਝ ਹੋਣੀ, ਉਹ ਲੇਵੀ ਬਣ ਜਾਣੀ। ਅੱਛਾ, ਉਹ ਮਾਈ ਨੂੰ ਖਵਾ ਛੜੋ, ਜੇ ਇਸ ਤਰ੍ਹਾਂ ਖਾ ਰਹੇ ਤੇ ਠੀਕ, ਨਹੀਂ ਤੇ ਮੰਡਾ ਲੈ ਕੇ ਨਾ ਮੁੱਠ ਵਗੈਰਾ ਭੋ ਉਹਦੇ ਉੱਤੇ ਮਾਰ ਕੇ ਤੇ ਮੱਝ ਨੂੰ ਖਵਾ। ਮਾਸ਼ਾਅੱਲਾ ਜੀ, ਬੜਾ ਜ਼ਬਰਦਸਤ ਹੈ। ਅੱਛਾ ਅੰਕਲ ਜੀ, ਤੁਹਾਡੇ ਕੋਲ ਤਕਰੀਬਨ ਛੋਟੇ ਮੋਟੇ ਜਾਨਵਰ 20 ਦੇ ਕਰੀਬ ਨੇ। 20 ਜਾਨਵਰਾਂ ਨੂੰ ਕਿੰਨੇ ਬੰਦੇ ਸੰਭਾਲ ਲੈਂਦੇ ਨੇ? ਇਹ ਤਰਾਵੇ ਪਿਓ ਪੁੱਤਰਾ ਬੰਦਾ ਪਿਆ ਤੇਰੇ ਕੇ ਝੂਠ ਮਾਰੇ ਇਨਸਾਨ ਨਹੀਂ ਆ। ਕੁਝ ਲੋਕਾਂ ਮੁਲਾਜ਼ਮ ਵੀ ਰੱਖੇ ਹੁੰਦੇ ਨੇ, ਤੁਹਾਡੇ ਖਿਆਲ ਨਾਲ ਜਾਨਵਰਾਂ ਨੂੰ ਆਪ ਹੀ ਸੰਭਾਲਣਾ ਚਾਹੀਦਾ ਹੈ ਜਾਂ ਕਿ ਮੁਲਾਜ਼ਮ ਰੱਖਣੇ ਚਾਹੀਦੇ ਨੇ? ਕੋਈ ਜਿਹੜੇ ਮੁਲਾਜ਼ਮ ਨੇ ਨਾ, ਕਿਸੇ ਨੇ ਪਾਣੀ ਡਾਇਆ ਕਿਸੇ ਨਹੀਂ ਡਾਇਆ, ਤੇ ਮਾਲਕ ਜਿਹੜਾ ਐਂ ਕਰਕੇ ਸੁੱਕਾ ਹੱਥ ਵੀ ਉੱਤੇ ਮਾਰ ਛੜੇ ਨਾ ਤੇ ਡੰਗਰ ਹੋਣੇ 'ਚ ਖੁਸ਼ ਹੋ ਜਾਂਦਾ। ਠੀਕ ਹੈ। ਅੱਜ ਕੱਲ ਸਾਈਲਜ ਨਿਕਲਿਆ ਹੈ ਕਿ ਉਹ ਮਕਈ ਵਗੈਰਾ ਨੂੰ ਖੁਸ਼ਕ ਕਰਕੇ ਨਾ ਸਟਾਕ ਕਰਦੇ ਨੇ, ਉਹ ਬਾਅਦ ਚੋਂ ਉਹਦਾ ਇਸਤੇਮਾਲ ਕਰਾਉਂਦੇ ਨੇ। ਉਹ 5 ਕਿਲੋ ਪਾਉਂਦੇ ਨੇ ਮੱਝਾਂ ਨੂੰ। ਤੁਸੀਂ ਇਸਤੇਮਾਲ ਕੀਤਾ ਹੈ? ਨਹੀਂ, ਅਸਾਂ ਨਹੀਂ ਕੀਤਾ। ਇਹਦੀ ਕੀ ਵਜ੍ਹਾ ਹੈ? ਇਹ ਜਿਹਨਾਂ ਕੀਤਾ ਉਹਨਾਂ ਨੂੰ ਪਤਾ, ਸਾਨੂੰ ਇਹਦਾ ਨਹੀਂ ਪਤਾ। ਕੋਈ ਐ ਬੰਦਾ ਪਿਆ ਤੇਰੇ ਕੇ ਝੂਠ ਮਾਰੇ। ਅੱਛਾ, ਤੇ ਸਰ ਜਿਹੜਾ ਤੁਹਾਡਾ ਫਾਰਮ ਉਹਦੇ ਨਾਲ ਦੁੱਧ ਬੜਾ ਦਿੰਦੀਆਂ ਨੇ, ਅਸਾਂ ਨੇ ਪਾਇਆ ਨਹੀਂ ਜਿਹੜਾ ਨਹੀਂ ਕੋਈ ਵੀ, ਮੱਝਾਂ ਦੇ ਦੁੱਧ ਬੜਾ ਦਿੰਦੀਆਂ ਨੇ ਜੀ। ਤੁਸੀਂ ਇਹ ਜਿਹੜਾ ਫਾਰਮ ਬਣਾਇਆ ਹੈ, ਇਹ ਕਿੰਨੀ ਜਗ੍ਹਾ ਹੈ, ਕਿੰਨੇ ਮਰਲੇ ਜਾਂ ਕਿੰਨੇ ਕਨਾਲ ਹੈ? ਇਹ ਘੱਟ ਤੋਂ ਘੱਟ ਵੀ ਸਾਡਾ ਵਿਗਾ ਥਾਂ ਦਾ ਹੋਣਾ। ਤੇ ਜਿਹੜੀ 36 ਜਗ੍ਹਾ ਉਹ ਕਿੰਨੀ ਹੈ? ਉਹੀ ਮੇਰਾ ਹਾਲ ਘੱਟ ਤੋਂ ਘੱਟ 8-9-10 ਮਰਲੇ ਥਾਂ ਹੈ। ਠੀਕ ਹੈ। 9-10 ਮਰਲੇ ਥਾਂ ਵਿੱਚ ਕਿੰਨੇ ਕੁ ਜਾਨਵਰ ਆ ਜਾਂਦੇ ਨੇ? ਜਾਨਵਰ ਹੋਏ ਮੇਰਾ ਨੇੜੇ ਕਿੱਲੇ ਰੱਖ ਕੇ ਤੇ ਜਿੰਨੇ ਮਰਜ਼ੀ ਭਾਵੇਂ ਡੱਕ ਲਓ, ਉਹਨਾਂ ਨੂੰ ਡੱਕਣਾ ਹੀ ਹੈ। ਤੁਹਾਡੇ ਫਾਰਮ ਦੀ ਮੈਂ ਇੱਕ ਚੀਜ਼ ਵੇਖੀ ਹੈ ਕਿ ਤੁਸੀਂ ਜਿਹੜੀ ਤੂੜੀ ਹੈ ਨਾ, ਉਹ ਕਿਸੇ ਕਮਰੇ ਵਿੱਚ ਸਟਾਕ ਨਹੀਂ ਕੀਤੀ, ਇੰਜ ਬਾਹਰ ਓਪਨ ਏਰੀਏ 'ਚ ਉੱਤੇ ਤੁਸੀਂ ਛਾਪਰ ਲਾ ਕੇ ਤੇ ਮਿੱਟੀ ਦਾ ਲੇਪ ਕੀਤਾ ਹੈ। ਤੂੜੀ ਕਮਰੇ 'ਚ ਸਟਾਕ ਕਰਨੀ ਬਿਹਤਰ ਹੈ ਕਿ ਜਾਂ ਜਿੰਦ ਤੁਸੀਂ ਸਟਾਕ ਕੀਤੀ ਹੈ ਇੰਜ ਸਟਾਕ ਕਰਨੀ ਬਿਹਤਰ ਹੈ? ਨਹੀਂ, ਅਸਾਂ ਕਮਰੇ 'ਚ ਵੀ ਪਾਈ ਹੈ, ਸਟਾਕ ਵੀ ਕੀਤੀ। ਜਿਹੜੇ ਅੰਦਰ ਸਾਡੇ ਭਰਚੇ ਨਾ ਉਹ ਹਾਂ ਭਰ ਲਏ ਨੇ। ਠੀਕ ਹੈ। ਜਿਹੜੀ ਵਧੀ ਹੈ ਉਹ ਹਾਂ ਬਾਹਰ ਧੜਾ ਲਾ ਕੇ ਨਾ ਤੇ ਉੱਤੇ ਛਾਪਰ ਪਾ ਕੇ ਤੂੰ ਦੋ ਲੈ ਦਿੱਤੇ ਨੇ, ਫਿਰ ਤੂੰ ਗੋਤੀ ਮਾਰੀ ਹੈ
ਉਹ ਸਾਲ ਪੂਰਾ ਜੱਗ ਤੱਕ ਲਾ ਭੋ ਸਾਡਾ ਜਿਹੜਾ ਕਿਸੇ ਪਾਸੇ ਨਾ ਭਿੱਜਾ ਨਹੀਂ ਨਿਕਲਣਾ। ਠੀਕ ਹੈ, ਉਹਦੇ ਜ਼ਾਇਆ ਹੁੰਦਾ ਜਾਂ ਗਿੱਲੇ ਹੁੰਦਾ ਕੋਈ ਜਿਹੜਾ ਨਾ ਖਤਰਾ ਨਹੀਂ ਹੈ? ਨਹੀਂ, ਕੋਈ ਨਹੀਂ। ਠੀਕ ਹੈ, ਅੱਛਾ ਮਾਸ਼ਾਅੱਲਾ ਅੰਕਲ ਜੀ, ਤੁਸੀਂ ਬੜੀਆਂ ਅੱਛੀਆਂ ਗੱਲਾਂ ਸਾਨੂੰ ਦੱਸੀਆਂ ਨੇ। ਅਗਰ ਕੋਈ ਸਵਾਲ ਰਹਿ ਗਿਆ ਤੇ ਤੁਸੀਂ ਉਹਦਾ ਜਵਾਬ ਦੇਣਾ ਚਾਹੁੰਦੇ ਹੋ ਜਾਂ ਕੋਈ ਮਸ਼ਵਰਾ ਦੇਣਾ ਚਾਹੁੰਦੇ ਹੋ, ਜਿਹੜੇ ਬੰਦੇ ਆ ਵੀਡੀਓ ਵੇਖਦੇ ਨੇ ਪਏ, ਆਪਣੇ ਤੌਰ ਤੇ ਜਿਹੜੀ ਕੋਈ ਗੱਲਬਾਤ ਦੱਸਣੀ ਉਹ ਦੱਸ ਦਿਓ। ਗੱਲਬਾਤ ਮਤਲਬ ਹਾਂ ਕਾਹਦੀ ਦੱਸਣੀ ਹੁਣ, ਮੇਰਾ ਮਤਲਬ ਜੋ ਕੋਈ ਹੋ ਗਿਆ ਠੀਕ ਹੈ ਜੀ ਜੀ ਠੀਕ ਹੈ। ਅਗਰ ਕੋਈ ਬੰਦਾ ਕੰਮ ਕਰਨਾ ਚਾਹੁੰਦਾ ਹੈ ਤੇ ਫਾਇਦਾਮੰਦ ਹੀ ਹੈ? ਫਾਇਦਾ ਲੈਂਦੇ, ਘਾਟਾ ਨਹੀਂ ਇਹਦੇ ਚ। ਠੀਕ ਹੈ ਜੀ ਅੰਕਲ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ, ਤੁਸੀਂ ਬੜੀਆਂ ਅੱਛੀਆਂ ਤੇ ਅਹਿਮ ਗੱਲਾਂ ਦੱਸੀਆਂ ਨੇ। ਤੁਸੀਂ ਆਪਣਾ ਕੀਮਤੀ ਵਕਤ ਸਾਨੂੰ ਦਿੱਤਾ। ਨਹੀਂ ਨਹੀਂ ਯਾਰ, ਕੋਈ ਗੱਲ। ਬਹੁਤ ਸ਼ੁਕਰੀਆ, ਅੱਲਾ ਹਾਫਿਜ਼।